ਮਜ਼ਦੂਰੀ ਕਰ ਨਹੀਂ ਸਕਦਾ, ਬਿਮਾਰ ਆ। ਮਜ਼ਦੂਰੀ ਕਿਉਂ ਨਹੀਂ ਕਰ ਸਕਦੇ? ਬਿਮਾਰ ਆ, ਜੀ ਜੀ। ਮੈਨੂੰ ਹਰਨੀਆਂ ਦਾ ਨੁਕਸ ਹੈ। ਹਾਲਾਤ ਦੀ ਵਜ੍ਹਾ ਤੋਂ, ਕੁਝ ਪੈਸਿਆਂ ਦੀ ਵਜ੍ਹਾ ਤੋਂ ਨਹੀਂ ਕਰਵਾ ਸਕਦਾ। ਕਿੰਨੇ ਪੈਸੇ ਡਾਕਟਰ ਮੰਗ ਰਹੇ ਨੇ? ਕੋਈ 30 ਦੱਸਦਾ, ਕੋਈ 40 ਦੱਸਦਾ, ਕੋਈ ਜਿਹੜਾ ਨਾ ਲੱਖ ਤੱਕ ਜਾਂਦਾ। ਕਿ ਬੱਚੇ 2 ਨੇ, ਉਹਨਾਂ ਨੂੰ ਵੀ ਪਾਲਣਾ ਬੜਾ ਮੁਸ਼ਕਲ ਹੋ ਗਿਆ, ਤੇ ਸਕੂਲ ਜਾਣ ਵਾਸਤੇ ਰੁਪਈਏ 50 ਨਹੀਂ ਇਹਨਾਂ ਨੂੰ ਮੈਂ ਦੇ ਸਕਦਾ। ਬਸ ਐਸੇ ਜਿਹੜਾ ਨਾ ਕਦੀ 20 ਰੁਪਈਏ, ਕਦੀ 10 ਰੁਪਈਏ, ਕਦੀ ਕਿਸੇ ਤੋਂ ਫੜ, ਕਦੀ ਕਿਸੇ ਤੋਂ ਫੜ, ਕਰਜ਼ਾ ਜਿਹੜਾ ਨਾ ਹੋ ਗਿਆ। ਤੇ ਨਾ ਕਰਜ਼ ਲੱਥਦਾ, ਨਾ ਜਿਹੜਾ ਨਾ ਅੱਗੇ ਹਾਲਾਤ ਠੀਕ ਹੋ ਰਹੇ ਨੇ। जी बिस्मिल्लाह रहमान रहीम। सारा बनों के साथ मैं हूँ खान अली। ਇਹ ਇੱਕ ਫੈਮਿਲੀ ਹੈ। ਇਹ ਜਿਹੜੇ ਮੇਰੇ ਭਾਈਜਾਨ ਨੇ, ਮੇਰੇ ਵੀਰ ਨੇ, ਦੇਖੋ ਜਿਸ ਤਰ੍ਹਾਂ ਕਿ ਮਾਹ ਰਮਜ਼ਾਨ ਦਾ ਮਹੀਨਾ ਹੈ ਕਿ ਰੋਜ਼ਗਾਰ ਹੀ ਨਹੀਂ ਮਿਲ ਰਿਹਾ। ਲੋਕ ਇੰਨੇ ਕੁ ਪਰੇਸ਼ਾਨ ਹੋਏ ਨੇ ਕਿ ਦਿਹਾੜੀ ਵੀ ਨਹੀਂ ਮਿਲ ਰਹੀ ਕਿਸੇ ਪਾਸਿਓਂ ਕਿ ਰੋਜ਼ੇ ਰੱਖਣ, ਬੱਚਿਆਂ ਦਾ ਪੇਟ ਪਾਲਣ, ਮਕਾਨ ਦਾ ਕਿਰਾਇਆ ਦੇਣ, ਤੇ ਇੰਜ ਦੇ ਬੁਰੇ ਹਾਲਾਤ ਹੋਏ ਨੇ। ਦੇਖੋ ਕਿਸੇ ਫੈਮਿਲੀ ਦਾ ਦਿਲ ਨਹੀਂ ਕਰਦਾ ਕਿ ਵੀਡੀਓ ਦੇ ਸਾਹਮਣੇ ਬਹਿ ਕੇ ਆਪਣੀ ਗੱਲ ਰਿਕਾਰਡ ਕਰਨਾ। ਮਜਬੂਰੀ ਦੇ ਤਹਿਤ ਲੋਕ ਆਉਂਦੇ ਨੇ, ਔਰ ਮੇਰੀ ਹਮੇਸ਼ਾ ਕੋਸ਼ਿਸ਼ ਹੈ ਕਿ ਮੈਂ ਉਸ ਫੈਮਿਲੀ ਦੀ ਵੀਡੀਓ ਰਿਕਾਰਡ ਕਰਨਾ ਵਾ ਜਿਹੜੇ ਮਜਬੂਰ ਨੇ ਔਰ ਪਰੇਸ਼ਾਨ ਨੇ। ਨਹੀਂ ਤੇ ਸੋਸ਼ਲ ਮੀਡੀਆ ਦਾ ਦੌਰ ਹੈ, ਤਰ੍ਹਾਂ ਤਰ੍ਹਾਂ ਦੇ ਲੋਕ ਜਿਸ ਤਰ੍ਹਾਂ ਵੀਡੀਓ ਬਣਾ ਰਹੇ ਨੇ। ਮੇਰੀ ਹਮੇਸ਼ਾ ਕੋਸ਼ਿਸ਼ ਹੈ ਕਿ ਫੈਮਿਲੀ ਦੀ ਦਿਲ ਆਜ਼ਾਰੀ ਨਾ ਹੋਵੇ, ਇੱਕ ਜਗ੍ਹਾ ਤੇ ਬਿਠਾ ਕੇ ਜਿਹੜੀ ਵੀ ਉਹਨਾਂ ਦੀ ਗੱਲ ਹੈ ਉਹ ਰਿਕਾਰਡ ਕੀਤੀ ਜਾਏ। ਮਾਹ ਰਮਜ਼ਾਨ ਦਾ ਮਹੀਨਾ ਹੈ, ਬਰਕਤਾਂ ਵਾਲਾ ਮਹੀਨਾ ਹੈ। ਜਿੰਨੇ ਮੇਰੇ ਦੋਸਤ ਵੀਡੀਓ ਨੂੰ ਦੇਖ ਰਹੇ ਨੇ ਲਾਜ਼ਮਨ ਸ਼ੇਅਰ ਕਰਨ ਕਿ ਫੈਮਿਲੀ ਦੀ ਚੰਦ ਮਿੰਟ ਦੀ ਗੱਲ ਹੈ ਤੇ ਲਾਜ਼ਮਨ ਸੁਣਿਆ ਜੀ ਕਿ ਬਹੁਤ ਮਜਬੂਰ ਖਾਨਦਾਨ ਹੈ ਤੇ ਗੱਲ ਜ਼ਰੂਰ ਸੁਣਿਆ ਜੀ। ਜੀ अस्सलाम वालेकुम जी। ਵਾਲੇਕੁਮ अस्सलाम। ਕੀ ਨਾਂ ਹੈ ਆਪਣਾ? ਮੇਰਾ ਨਾਂ ਤਾਰਿਕ ਜਵੇਦ ਖਾਨ। ਤਾਰਿਕ ਜਵੇਦ ਸਾਹਿਬ, ਦੇਖੋ ਕਿਸੇ ਫੈਮਿਲੀ ਦਾ ਦਿਲ ਨਹੀਂ ਕਰਦਾ ਕਿ ਮੈਂ ਆਪਣੇ ਬੱਚਿਆਂ ਨਾਲ, ਬੀਵੀ ਦੇ ਨਾਲ ਵੀਡੀਓ ਰਿਕਾਰਡ ਕਰਾਂ ਜਾਂ ਸੋਸ਼ਲ ਮੀਡੀਆ ਦੇ ਸਾਹਮਣੇ ਆਵਾਂ। ਬੇਸ਼ੱਕ ਸਫੇਦਪੋਸ਼ ਬੰਦਾ ਕਦੀ ਵੀ ਇਹ ਚੀਜ਼ ਨੂੰ ਨਹੀਂ ਚਾਹੇਗਾ। ਨਹੀਂ ਜਾਂਦਾ। ਮਜਬੂਰ ਹੋ ਕੇ ਹੀ ਲੋਕ ਸਾਹਮਣੇ ਆਉਂਦੇ ਨੇ ਕਿ ਯਾਰ ਜੀ। ਚਲੋ ਸਾਡਾ ਕੋਈ ਨਾ ਕੋਈ ਸਰਕਟ ਚੱਲ ਜਾਏਗਾ। ਜੀ, ਬੱਚਿਆਂ ਨੂੰ ਪੇਟ ਪਾਲਣ ਵਾਸਤੇ ਹਰ ਇਨਸਾਨ ਇਹ ਕੋਸ਼ਿਸ਼ ਕਰਦਾ ਹੈ। ਕੋਸ਼ਿਸ਼ ਕਰ। ਕੋਈ ਬਾਹਰ ਦੇ ਮੁਲਕ ਧੱਕੇ ਖਾਂਦਾ ਹੈ, ਕੋਈ ਪਾਕਿਸਤਾਨ ਦੇ ਵਿੱਚ ਧੱਕੇ ਖਾਂਦਾ ਹੈ। ਖਾਂਦਾ ਕਿਉਂ ਹੈ? ਬੱਚਿਆਂ ਵਾਸਤੇ। ਬੱਚਿਆਂ ਨੂੰ ਹੁਣ ਤੁਸੀਂ ਇਹ ਵੀਡੀਓ ਦੇ ਸਾਹਮਣੇ ਕਿਉਂ ਆਏ ਹੋ? ਕੀ ਮਜਬੂਰੀ ਪੈ ਗਈ? ਮਜਬੂਰੀ ਬਹੁਤ, ਜਿਹੜਾ ਨਾ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਨੇ ਕਿ 2 ਟਾਈਮ ਦੀ ਰੋਟੀ ਖਾਣਾ ਬੜੀ ਮੁਸ਼ਕਲ ਹੋ ਗਈ ਹੈ। ਮਜ਼ਦੂਰੀ ਕਰ ਨਹੀਂ ਸਕਦਾ, ਬਿਮਾਰ ਆ। ਮਜ਼ਦੂਰੀ ਕਿਉਂ ਨਹੀਂ ਕਰ ਸਕਦੇ? ਬਿਮਾਰ ਆ, ਜੀ ਜੀ। ਮੈਨੂੰ ਹਰਨੀਆਂ ਦਾ ਨੁਕਸ ਹੈ। ਡਾਕਟਰਾਂ ਨੇ ਆਪਰੇਸ਼ਨ ਤੇ ਜਿਹੜਾ ਨਾ ਦੱਸਿਆ ਦਾ ਆਪਰੇਸ਼ਨ ਡਾਕਟਰਾਂ ਨੇ ਆਪਰੇਸ਼ਨ ਦੱਸਿਆ ਹੈ? ਆਪਰੇਸ਼ਨ ਦੱਸਿਆ ਕਾਹਦਾ? ਹਰਨੀਆਂ ਦਾ। ਅੱਛਾ। ਲੇਕਿਨ ਹਾਲਾਤ ਦੀ ਵਜ੍ਹਾ ਤੋਂ, ਕੁਝ ਪੈਸਿਆਂ ਦੀ ਵਜ੍ਹਾ ਤੋਂ ਨਹੀਂ ਕਰਵਾ ਸਕਦਾ। ਤੁਹਾਡਾ ਇੰਨੇ ਪੈਸੇ ਹਰਨੀਆਂ ਦਾ ਆਪਰੇਸ਼ਨ ਹੈ, ਜੀ। ਕਿੰਨੇ ਪੈਸੇ ਡਾਕਟਰ ਮੰਗ ਰਹੇ ਨੇ? ਕੋਈ 30 ਦੱਸਦਾ, ਕੋਈ 40 ਦੱਸਦਾ, ਕੋਈ ਜਿਹੜਾ ਨਾ ਲੱਖ ਤੱਕ ਜਾਂਦਾ। ਕੰਮ ਤੁਸੀਂ ਕੰਮ ਉਹ ਇਲਾਜ ਵੀ ਨਹੀਂ ਕਰਵਾ ਸਕੇ ਕਿ ਯਾਰ ਮੈਂ ਹਰਨੀਆਂ ਨਹੀਂ। ਦਾ ਆਪਰੇਸ਼ਨ ਦਾ ਇਲਾਜ ਕਰਵਾ ਸਕਾਂ, ਸਿਰਫ ਹਾਲਾਤ ਮਾੜੇ ਹੋਣ ਦੀ ਵਜ੍ਹਾ ਹਾਲਾਤ ਦੀ ਵਜ੍ਹਾ ਤੋਂ, ਕਿ ਬੱਚੇ 2 ਨੇ, ਉਹਨਾਂ ਨੂੰ ਵੀ ਪਾਲਣਾ ਬੜਾ ਮੁਸ਼ਕਲ ਹੋ ਗਿਆ। ਇੰਨਾ ਕਿ ਖੁਦ ਮੈਂ ਬਿਮਾਰ ਹਾਂ, ਨਾ ਮੇਰੇ ਕੋਲ ਕੰਮ ਨਹੀਂ ਹੋ ਸਕਦਾ। ਬਸ ਮਿਹਨਤ ਮਜ਼ਦੂਰੀ ਜ਼ਾਹਰ ਹੈ। ਜਦੋਂ ਹਰਨੀਆਂ ਦਾ ਆਪਰੇਸ਼ਨ ਹੋਏਗਾ ਜੀ ਫਿਰ ਤੁਸੀਂ ਅੱਗੋਂ ਕੋਈ ਸਟੈਪ ਵੇਖੋਗੇ ਨਾ ਕਿ ਕੀ ਕਰਨਾ ਹੈ। ਜੀ। ਜਦੋਂ ਹਰਨੀਆਂ ਦੇ ਆਪਰੇਸ਼ਨ ਵਾਸਤੇ ਪੈਸੇ ਕੋਲ ਨਹੀਂ ਤੇ ਫਿਰ ਕਿਵੇਂ ਸਰਕਟ ਚੱਲ ਰਿਹਾ ਤੁਹਾਡਾ? ਬਸ ਜਨਾਬ ਜਾਈਦਾ ਮਜ਼ਦੂਰੀ ਵਾਸਤੇ। 1 ਦਿਨ ਲੱਭ ਜਾਂਦੀ ਆ, 2 ਦਿਨ ਨਹੀਂ ਲੱਭਦੀ, ਕਦੀ 3 ਦਿਨ ਵੀ ਨਹੀਂ ਲੱਭਦੀ। ਕਦੀ ਘਰ ਬੀਵੀ ਬਿਮਾਰ ਆ, ਮੈਦੇ ਦੀ ਆ, ਬਲੱਡ ਪ੍ਰੈਸ਼ਰ ਦੀ ਆ, ਸ਼ੂਗਰ ਦੀ ਆ, ਦਵਾਈ ਲਿਆਉਣਾ ਬੜੀ ਮੁਸ਼ਕਲ ਆ। ਇਸ ਵਾਸਤੇ ਇਸ ਟਾਈਮ ਮੁਲਕੀ ਹਾਲਾਤ ਇਸ ਤਰ੍ਹਾਂ ਦੇ ਹੋਏ ਨੇ ਕਿ ਮਾੜੇ ਬੰਦੇ ਨੂੰ, ਗਰੀਬ ਬੰਦੇ ਨੂੰ ਇੱਕ ਤੇ ਬਿਮਾਰੀਆਂ ਲੈ ਗਈਆਂ। ਜੀ। ਬਿਮਾਰੀ ਲੱਗਦੀ ਕਿਉਂ ਹੈ ਕਿ ਜਦੋਂ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਹੋਈ ਹਨ, ਹਾਂਜੀ। ਇਨਸਾਨ ਜਦੋਂ ਇਹ ਸੋਚਦਾ ਹੈ ਕਿ ਯਾਰ ਅੱਜ ਮੇਰੀ ਮਜ਼ਦੂਰੀ ਨਹੀਂ ਲੱਗੀ, ਕੱਲ ਮੈਂ ਜਾਵਾਂਗਾ ਤੇ ਫਿਰ ਕੀ ਹੋਵੇਗਾ। ਇਹ ਜਨਾਬ ਇਹ ਹੀ ਆ ਕਿ ਜ਼ਿਹਨ ਟੈਨਸ਼ਨ 'ਚ, ਜਿਹਨਾਂ ਟੈਨਸ਼ਨ ਦੀ ਵਜ੍ਹਾ ਤੋਂ ਬਿਮਾਰੀਆਂ ਲੱਗਦੀਆਂ।
ਕਿ ਅੱਜ ਮੈਂ ਗਿਆ ਸਾਂ ਕੋਈ ਨਹੀਂ ਆ, ਬੱਚੇ ਅੱਗੇ ਮੰਗਦੇ ਨੇ ਪੈਸੇ, ਸਾਨੂੰ ਪਾਪਾ ਕੋਈ ਚੀਜ਼ ਲਿਆ ਦਿਓ, ਤੇ ਆਲੇ ਟਾਲੇ ਕਰਕੇ ਦਿਹਾੜੀ ਨਿਗਾਹ ਛੜੀ ਦੀ ਹੈ। ਇਹ ਬੱਚੇ ਸਕੂਲ ਜਾਂਦੇ ਨੇ? ਜੀ ਸਕੂਲ ਜਾਂਦੇ ਨੇ, ਤੇ ਸਕੂਲ ਜਾਣ ਵਾਸਤੇ ਰੁਪਈਏ 50 ਨਹੀਂ ਇਹਨਾਂ ਨੂੰ ਮੈਂ ਦੇ ਸਕਦਾ। ਬਸ ਐਸੇ ਜਿਹੜਾ ਨਾ ਕਦੀ 20 ਰੁਪਈਏ, ਕਦੀ 10 ਰੁਪਈਏ, ਕਦੀ ਕਿਸੇ ਤੋਂ ਫੜ, ਕਦੀ ਕਿਸੇ ਤੋਂ ਫੜ, ਕਰਜ਼ਾ ਜਿਹੜਾ ਨਾ ਹੋ ਗਿਆ, ਤੇ ਨਾ ਕਰਜ਼ੇ ਲੱਥਦਾ, ਨਾ ਜਿਹੜਾ ਨਾ ਅੱਗੇ ਹਾਲਾਤ ਠੀਕ ਹੋ ਰਹੇ ਨੇ। ਮਕਾਨ ਕਿਰਾਏ ਦਾ? ਮਕਾਨ ਕਿਰਾਏ ਦਾ, ਕਦੀ 2-2 ਮਹੀਨੇ ਦਾ ਕਿਰਾਇਆ ਹੋ ਜਾਂਦਾ ਸਿਰ ਤੇ, ਕਦੀ 3-3 ਮਹੀਨੇ ਦਾ, ਫਿਰ ਕਦੀ ਕਿਸੇ ਤੋਂ ਜਿਹੜਾ ਨਾ ਫੜ ਹਦਾਰ, ਕਦੀ ਕਿਸੇ ਤੋਂ। ਬਸ ਹਾਲਾਤ ਇਸ ਤਰ੍ਹਾਂ ਦੇ ਹੋ ਗਏ। ਹੁਣ ਮੈਂ ਤੁਹਾਡੇ ਅਸੀਂ ਕੀ ਕਰ ਸਕਦਾ ਵਾਂ, ਮੈਨੂੰ ਤੁਸੀਂ ਉਹ ਦੱਸੋ ਕਿ ਤੁਹਾਨੂੰ ਅਗਰ ਰੋਜ਼ਗਾਰ ਬਣਾ ਦਿਆਂ ਕੋਈ ਸਬਜ਼ੀ ਦਾ ਜਾਂ ਫਰੂਟ ਦਾ, ਉਹ ਚਲਾ ਲੋਗੇ ਤੁਸੀਂ? ਜੀ ਅੱਲਾ ਤੋਂ ਬਾਅਦ ਜਿਹੜਾ ਨਾ ਆਸਰਾ ਇਨਸਾਨ ਦਾ ਹੀ ਹੁੰਦਾ ਹੈ ਇਸ ਜ਼ਮੀਨ ਤੇ ਮੈਂ ਚਾਹੁੰਦਾ ਵਾਂ ਕਿ ਚਲੋ ਤੁਸੀਂ ਆਏ ਹੋ, ਤੁਹਾਡੀਆਂ ਗੱਲਾਂ ਸੁਣੀਆਂ ਨੇ, ਅੱਲਾਹ ਤਾਲਾ ਤੁਹਾਨੂੰ ਜਿਹੜਾ ਨਾ ਇਸ ਅਜ਼ਰ ਦੇ ਜਿਹੜਾ ਨਾ ਬਹੁਤ ਹੀ ਜਿਹੜਾ ਨਾ ਕੰਮ ਦਾ ਅਜ਼ਰ ਦੇਗਾ। ਤੇ ਮੈਂ ਚਾਹੁੰਦਾ ਵਾਂ ਕਿ ਕੋਈ ਐਸਾ ਜਿਹੜਾ ਨਾ ਕੰਮ ਮੇਰਾ ਸਰਕਲ ਚੱਲ ਜੇ, ਜਿਹੜਾ ਕਿ ਮੈਂ ਕਿਰਾਇਆ ਵੀ ਦੇ ਸਕਾਂ ਘਰ ਦਾ, ਕੋਈ ਬੱਚੇ ਵੀ ਪੜ੍ਹਾ ਸਕਾਂ, ਕੱਲ੍ਹ ਨੂੰ ਜਿਹੜਾ ਨਾ ਚਲੋ ਇੱਕ ਬੇਟਾ ਮੇਰਾ, ਉਹਦਾ ਮੁਸਤਕਬਲ ਬਣ ਜਾਏ। ਆਪਣੀ तो जिंदगी जैसे भी गुजर रही है गुरबत में, ਉਹ ਤੇ ਗੁਜ਼ਰ ਗਈ है। ਅੱਗੋਂ ਬੱਚਿਆਂ ਨੂੰ, ਇੱਕ बच्चे ਤੁਹਾਡੀ ਬੇਟੀ ਹੈ, जी, ਇੱਕ ਤੁਹਾਡਾ ਬੇਟਾ ਹੈ, एक ਤੁਸੀਂ बेटा है, तो मैं चाहना कि चलो बेटा पढ़ जाएगा, अपने हाथ सीधे करके कमाउन लग पेगा, अपनी लाइफ बना लेगा। न जाने ऐसे जरा ना हालात देखते देखते हमारी ज़िंदगी गुजर जानी है, देखने भी है को नहीं सुख देख। ਇਹ ਮੇਰਾ ਵੀਰ ਹੈ, ਇਹ ਫੈਮਿਲੀ ਹੈ। ਮਾਹ ਰਮਜ਼ਾਨ ਦਾ ਮਹੀਨਾ ਹੈ, ਜਿਹਨੂੰ ਅੱਲਾਹ ਤਾਲਾ ਨੇ ਆਪਣੀ ਰਹਿਮਤਾਂ ਨਾਲ ਨਵਾਜ਼ਿਆ, ਤੇ ਇਸ ਮੇਰੇ ਵੀਰ ਦੀ ਮਦਦ ਜ਼ਰੂਰ ਕੀਤੀ ਜਾਏ। ਦੇਖੋ, ਸਫੇਦਪੋਸ਼ ਬੰਦਾ ਹੈ, ਤੇ ਸਫੇਦਪੋਸ਼ ਬੰਦਾ ਜਿਹੜਾ ਹੈ, ਇੱਕ ਗੱਲ ਕਰਦਿਆਂ ਵੀ ਕਤਰਾਂਦਾ ਹੈ ਕਿ ਹਾਲਾਤ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਕਿ ਫਿਰ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਪੈਂਦਾ ਹੈ। ਇਹ ਮੇਰੇ ਵੀਰ ਨੂੰ ਕੋਈ ਸਬਜ਼ੀ ਦਾ ਜਾਂ ਫਰੂਟ ਦਾ ਕਾਰੋਬਾਰ ਦਿੱਤਾ ਜਾਏ ਕਿ ਆਪਣੇ ਬੱਚਿਆਂ ਦੇ ਹਾਲਾਤ ਠੀਕ ਕਰ ਸਕੇ, ਬਿਹਤਰ ਕਰ ਸਕੇ। ਇਲਾਜ ਹਰਨੀਆਂ ਦਾ ਉਹ ਸ਼ਖਸ ਨਹੀਂ ਕਰਵਾ ਸਕਦਾ, ਕਿੱਡੀ ਕੁ ਤਕਲੀਫ ਹੋਣੀ ਹੈ, ਕਿੱਡੀ ਕੁ ਤਕਲੀਫ ਦੇ ਵਿੱਚੋਂ ਗੁਜ਼ਰ ਰਿਹਾ ਹੋਣਾ ਹੈ ਇਹ ਸ਼ਖਸ, ਕਿ ਜਦੋਂ ਬੱਚੇ ਵੀ ਪੈਸੇ ਮੰਗਦੇ ਨੇ ਸਕੂਲ ਜਾਂਦੇ ਆ, ਨਾ ਕੋਲ ਹੋਣ, ਤੇ ਜਿੰਨੇ ਦੋਸਤ ਜਿੱਥੇ ਜਿੱਥੇ ਦੇਖਦੇ ਨੇ, ਲਾਜ਼ਮਨ ਇਸ ਮੇਰੇ ਵੀਰ ਦੀ, ਜਿੰਨੇ ਵੀ ਦੋਸਤ ਮੇਰੇ ਨਾਲ ਜੁੜੇ ਨੇ, ਇਸ ਵੀਰ ਦੀ ਮਦਦ ਜ਼ਰੂਰ ਕੀਤੀ ਜਾਏ, ਰੋਜ਼ਗਾਰ ਦਿੱਤਾ ਜਾਏ। ਸਾਰੀ ਜ਼ਿੰਦਗੀ ਦੀ ਨੇਕੀ ਦੁਆਵਾਂ, ਸਾਰੀ ਜ਼ਿੰਦਗੀ ਦੀਆਂ ਮਦਦ ਅੱਲਾ ਦੀ ਰਜ਼ਾ ਸੇ। वीडियो ਨੂੰ ਲਾਜ਼ਮਨ शेयर करें। पाकिस्तान जिंदाबाद।